ਸਤਿ ਸ਼੍ਰੀ ਅਕਾਲ ਦੋਸਤੋ, ਆਪ ਸਭ ਦਾ ਕਮਰਸ ਗਲੋਬ ਚੈਨਲ 'ਤੇ ਸਵਾਗਤ ਹੈ। ਸੋ ਆਪਾਂ ਪਿਛਲੀ ਵੀਡੀਓ ਦੇ ਵਿੱਚ ਪੜ੍ਹਿਆ ਸੀ ਬੁੱਕ ਕੀਪਿੰਗ, ਅਕਾਊਂਟਿੰਗ ਐਂਡ ਉਹਨਾਂ ਦੇ ਫੀਚਰਸ ਬਾਰੇ ਅਤੇ ਡਿਫਰੈਂਸ ਬਿਟਵੀਨ ਬੁੱਕ ਕੀਪਿੰਗ ਐਂਡ ਅਕਾਊਂਟਿੰਗ। ਸੋ ਅੱਜ ਆਪਾਂ ਉਸ ਤੋਂ ਅੱਗੇ ਵਧਦੇ ਹਾਂ। ਅੱਗੇ ਵਧਣ ਤੋਂ ਪਹਿਲਾਂ ਸਾਰੇ ਫਰੈਂਡਸ ਨੂੰ ਮੇਰੀ ਬੇਨਤੀ ਹੈ ਕਿ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਅਤੇ ਨਾਲ ਹੀ ਬੈਲ ਆਈਕਨ ਨੂੰ ਦਬਾਓ ਤਾਂ ਜੋ ਇਸ ਚੈਨਲ 'ਤੇ ਆਉਣ ਵਾਲੀ ਹਰੇਕ ਨਵੀਂ ਅਪਡੇਟ ਦੀ ਸਭ ਤੋਂ ਪਹਿਲਾਂ ਤੁਹਾਨੂੰ ਜਾਣਕਾਰੀ ਮਿਲ ਸਕੇ। ਸੋ ਇਸ ਤੋਂ ਆਪਾਂ ਅੱਗੇ ਵਧਦੇ ਹਾਂ। ਸੋ ਅੱਜ ਦਾ ਜੋ ਮੇਨ ਟੌਪਿਕ ਹੈ ਉਹ ਇਸ ਅਕਾਊਂਟਿੰਗ ਸਾਇੰਸ ਔਰ ਆਰਟ, ਇਸ ਬਾਰੇ ਆਪਾਂ ਪੜ੍ਹਾਂਗੇ। ਸਭ ਤੋਂ ਆਪਾਂ ਪਹਿਲਾਂ ਇਹ ਜਾਣ ਲੈਂਦੇ ਹਾਂ ਵੀ ਸਾਇੰਸ ਦਾ ਇੱਥੇ ਮਤਲਬ ਕੀ ਹੈ ਔਰ ਆਰਟ ਦਾ ਮਤਲਬ ਕੀ ਹੈ। ਸਾਇੰਸ ਦਾ ਮਤਲਬ ਇੱਥੇ ਹੈ ਬੋਡੀ ਆਫ ਨੌਲੇਜ based on certain principles which are universally accepted। जो साइंस है वो बेस्ड है उस बॉडी ऑफ नॉलेज से ਕੁਝ ਖਾਸ ਪ੍ਰਿੰਸੀਪਲਸ ਦੀ ਨੌਲੇਜ 'ਤੇ ਬੇਸਡ ਹੈ ਜਿਹੜੇ ਕਿ ਸਾਰੇ ਯੂਨੀਵਰਸਲ ਦੇ ਵਿੱਚ ਅਸੈਪਟ ਕੀਤੇ ਗਏ ਹਨ, ਸਾਰਿਆਂ ਦੁਆਰਾ ਸਵੀਕਾਰੇ ਗਏ ਹਨ। ਜੋ ਨੌਲੇਜ ਹੈ ਸਪੈਸੀਫਿਕ ਪ੍ਰਿੰਸੀਪਲਸ 'ਤੇ ਬੇਸਡ ਹੈ। ਇਸ ਤੋਂ ਬਾਅਦ ਜੋ ਆਰਟ ਹੈ, ਆਰਟ ਹੈ ਪਾਰਟ ਆਫ ਨੌਲੇਜ which enables us to reach goals। ਜੋ ਆਰਟ ਹੈ ਇੱਕ ਨੌਲੇਜ ਦਾ ਪਾਰਟ ਹੈ ਜਿਹੜੀ ਆਪਾਂ ਨੂੰ ਆਪਣੇ ਗੋਲਸ ਨੂੰ ਅਚੀਵ ਕਰਨ ਦੇ ਵਿੱਚ ਹੈਲਪ ਕਰਦੀ ਹੈ। ਸੋ ਇਸੇ ਤਰ੍ਹਾਂ ਹੀ ਹੁਣ ਅਕਾਊਂਟਿੰਗ ਨੂੰ ਆਪਾਂ ਸਾਇੰਸ ਕਹੀਏ ਜਾਂ ਆਰਟ ਕਹੀਏ, ਇਸ ਚੀਜ਼ 'ਤੇ ਅੱਜ ਮੇਨ ਟੌਪਿਕ ਤੋਂ ਡਿਸਕਸ਼ਨ ਹੋਣੀ ਹੈ। ਇਸ ਲਈ ਆਪਾਂ ਅਕਾਊਂਟਿੰਗ ਨੂੰ ਇੱਕ ਸਾਇੰਸ ਵੀ ਕਹਿ ਸਕਦੇ ਹਾਂ, ਕਿਉਂਕਿ ਜੋ ਅਕਾਊਂਟਿੰਗ ਦੇ ਵਿੱਚ ਆਪਾਂ ਰਿਕਾਰਡਿੰਗ ਕਰਦੇ ਹਾਂ ਟ੍ਰਾਂਜੈਕਸ਼ਨ ਦੀਆਂ, ਉਹਨਾਂ ਨੂੰ ਕਲਾਸੀਫਾਈ ਕਰਦੇ ਹਾਂ, ਸਮਰਾਈਜ਼ਿੰਗ ਕਰਦੇ ਹਾਂ, ਇੰਟਰਪ੍ਰੈਟਿੰਗ ਕਰਦੇ ਹਾਂ ਅਤੇ ਕਮਿਊਨੀਕੇਸ਼ਨ ਕਰਦੇ ਹਾਂ। ਇਹ ਸਾਰੇ ਦੇ ਸਾਰੇ ਸਟੈਪਸ ਨੇ ਜੋ ਸਰਟੇਨ ਪ੍ਰਿੰਸੀਪਲਸ 'ਤੇ ਬੇਸਡ ਹੁੰਦੇ ਨੇ, ਜਿਨ੍ਹਾਂ ਨੂੰ ਕਿ ਨੋਰਮਲੀ ਗੈਪ ਦਾ ਨਾਮ ਦਿੱਤਾ ਜਾਂਦਾ ਹੈ। ਗੈਪ ਇਜ਼ ਅ ਸ਼ਾਰਟ ਫਾਰਮ, ਇਸ ਦਾ ਫੁੱਲ ਫਾਰਮ ਹੈ ਜਨਰਲੀ accepted accounting principles। ਜੋ ਸਾਇੰਸ ਹੈ ਉਹ ਸਰਟਨ ਪ੍ਰਿੰਸੀਪਲਸ 'ਤੇ ਬੇਸਡ ਹੈ ਜਿੰਨੇ ਵਿੱਚ ਟ੍ਰਾਂਜੈਕਸ਼ਨਾਂ ਰਿਕਾਰਡ ਕੀਤੀਆਂ ਜਾਂਦੀਆਂ ਨੇ। ਇਸ ਕਰਕੇ ਅਕਾਊਂਟਿੰਗ ਨੂੰ ਸਾਇੰਸ ਇਸੇ ਕਰਕੇ ਕਿਹਾ ਜਾਂਦਾ ਹੈ ਕਿਉਂਕਿ ਇਸ ਦੇ ਵਿੱਚ ਸਾਰੀਆਂ ਜਿਹੜੀਆਂ ਟ੍ਰਾਂਜੈਕਸ਼ਨ ਕੀਤੀਆਂ ਨੇ ਉਹ ਪ੍ਰਿੰਸੀਪਲਸ ਬੇਸਡ ਹੁੰਦੀਆਂ ਨੇ। ਰੂਲ ਦੇ ਅਕੋਰਡਿੰਗ ਹੀ ਸਾਰੀਆਂ ਟ੍ਰਾਂਜੈਕਸ਼ਨਸ ਇਸ ਦੇ ਵਿੱਚ ਰਿਕਾਰਡ ਕੀਤੀਆਂ ਜਾਂਦੀਆਂ ਹਨ। ਬਸ ਆਪਾਂ ਇਸ ਦੇ ਵਿੱਚ ਇਹ ਚੀਜ਼ ਕਹਿ ਸਕਦੇ ਹਾਂ, ਇਹਨੂੰ ਪਿਓਰ ਸਾਇੰਸ ਇਸ ਲਈ ਨਹੀਂ ਕਹਿ ਸਕਦੇ ਕਿਉਂਕਿ ਜੋ ਪਿਓਰ ਸਾਇੰਸ ਹੁੰਦੀ ਹੈ, ਪਿਓਰ ਸਾਇੰਸ ਦੇ ਵਿੱਚ ਇਸ ਦਾ ਜੋ ਥੰਬ ਰੂਲ ਹੈ, ਪਿਓਰ ਸਾਇੰਸ ਹਮੇਸ਼ਾ ਕਾਜ਼ ਐਂਡ ਇਫੈਕਟ ਦੇ ਰੂਲ 'ਤੇ ਬੇਸਡ ਹੁੰਦੀ ਹੈ। ਮਤਲਬ ਜੇ ਕਿਸੇ ਚੀਜ਼ ਦਾ ਕੋਈ ਕਾਰਨ ਹੈ ਤਾਂ ਹੀ ਉਹਦਾ ਪ੍ਰਭਾਵ ਨਜ਼ਰ ਆਏਗਾ, ਪਰ ਅਕਾਊਂਟਿੰਗ ਦੇ ਵਿੱਚ ਪਿਓਰ ਸਾਇੰਸ ਨਹੀਂ ਯੂਜ਼ ਕਰ ਸਕਦੇ ਕਿਉਂਕਿ ਇਸ ਦੇ ਵਿੱਚ ਜਿਹੜਾ ਕਾਜ਼ ਐਂਡ ਇਫੈਕਟ ਦਾ ਜੋ ਰੂਲ ਹੈ ਨਾ ਉਹ ਇਸ 'ਚ ਇੰਪਲੀਮੈਂਟ ਨਹੀਂ ਹੁੰਦਾ। ਇਸ 'ਚ ਸਿੰਪਲ ਜੋ ਟ੍ਰਾਂਜੈਕਸ਼ਨਸ ਨੂੰ ਰਿਕਾਰਡ ਕਰਨ ਦੇ ਲਈ ਜੋ ਪ੍ਰਿੰਸੀਪਲਸ ਨੇ ਸਿਰਫ ਉਹਨਾਂ ਦੀ ਵਰਤੋਂ ਕੀਤੀ ਜਾਂਦੀ ਹੈ। ਸੋ ਇਸੇ ਤਰ੍ਹਾਂ ਹੀ ਆਰਟ ਦੇ ਵਿੱਚ ਹੈ, ਆਰਟ ਇੱਕ ਤਰੀਕੇ ਦਾ ਪਾਰਟ ਆਫ ਨੌਲੇਜ ਹੈ ਜਿਹੜੀ ਆਪਾਂ ਨੂੰ ਆਪਣੇ ਗੋਲਸ ਨੂੰ ਅਚੀਵ ਕਰਨ ਦੇ ਵਿੱਚ ਮਦਦ ਕਰਦੀ ਹੈ। ਹੁਣ ਇੱਕ ਜੋ ਆਰਟ ਹੈ ਉਹ ਇੱਥੇ ਬੰਦੇ ਦੀ ਆਪਣੀ ਦੀ ਸੋਚ ਦੇ ਮੁਤਾਬਕ ਇੱਕ ਬੈਸਟ ਜੱਜਮੈਂਟ ਹੁੰਦੀ ਹੈ, ਮਤਲਬ ਬੈਸਟ ਜੱਜਮੈਂਟ ਦੇ ਅਕਾਊਂਟ ਉਹ ਕੀ ਡਿਸੀਜਨ ਦੇ ਸਕਦਾ ਹੈ। ਹੁਣ ਇੱਕ ਬਿਜ਼ਨਸ ਆਰਗੇਨਾਈਜੇਸ਼ਨ ਦੇ ਵਿੱਚ ਜਦੋਂ ਫਾਈਨੈਂਸ਼ੀਅਲ ਸਟੇਟਮੈਂਟਸ ਤਿਆਰ ਕੀਤੀਆਂ ਜਾਂਦੀਆਂ ਨੇ ਤਾਂ ਹਰੇਕ ਅਕਾਊਂਟੈਂਟ ਦਾ ਆਪਣਾ ਵਿਜ਼ਨ ਹੈ ਇੱਕ ਟ੍ਰਾਂਜੈਕਸ਼ਨ ਨੂੰ ਦੇਖਣ ਦਾ, ਅਤੇ ਉਹ ਆਪਣੇ ਬੈਸਟ ਜੱਜਮੈਂਟ ਦੇ ਅਕੋਰਡਿੰਗ ਹੀ ਡਿਸੀਜਨ ਦਿੰਦਾ ਹੈ, ਜਿਸ ਦੇ ਨਾਲ ਜ਼ਿਆਦਾਤਰ ਬਿਜ਼ਨਸ ਆਰਗੇਨਾਈਜੇਸ਼ਨਾਂ ਦੇ
ਉਹਨਾਂ ਦੀ ਡਿਸੀਜਨ ਦੀ ਕੈਪੇਬਿਲਿਟੀ ਦੇ ਆਧਾਰ ਤੇ ਜਿਹੜੇ ਰਿਜ਼ਲਟਸ ਨੇ ਉਹ ਬਾਇਸਡ ਵੀ ਹੋ ਸਕਦੇ ਨੇ ਤੇ ਡਿਸੀਜਨ ਵੱਖੋ ਵੱਖਰੇ ਵੀ ਹੋ ਸਕਦੇ ਨੇ। ਇਸ ਲਈ ਆਪਾਂ ਇਹ ਚੀਜ਼ ਕਹਿ ਸਕਦੇ ਹਾਂ ਵੀ ਜੇਕਰ ਵੀ ਕਿਸੇ ਪਰਸਨ ਨੇ ਵਧੀਆ ਅਕਾਊਂਟੈਂਟ ਬਣਨਾ ਹੈ ਤਾਂ ਉਹ ਆਪਣੀ ਆਰਟ ਨੂੰ ਜਿੰਨਾ ਜ਼ਿਆਦਾ ਪ੍ਰੈਕਟੀਕਲ ਯੂਜ਼ ਕਰੇਗਾ ਓਨਾ ਹੀ ਉਸ ਕੰਮ ਦੇ ਵਿੱਚ ਪ੍ਰੋਫੀਸ਼ੀਐਂਟ ਹੋ ਸਕਦਾ ਹੈ। ਸੋ ਇਸ ਤਰ੍ਹਾਂ ਆਪਾਂ ਕਹਿ ਸਕਦੇ ਹਾਂ ਅਕਾਊਂਟਿੰਗ ਇਜ਼ ਬੋਥ ਸਾਇੰਸ ਐਜ਼ ਵੈਲ ਐਜ਼ ਆਰਟ। ਇਹ ਸਟੇਟਮੈਂਟ ਆਪਣੇ ਆਪ ਦੇ ਵਿੱਚ ਸਫੀਸ਼ੀਐਂਟ ਹੈ ਕਿਉਂਕਿ ਅਕਾਊਂਟਿੰਗ ਇਜ਼ ਸਾਇੰਸ ਵੀ ਹੈ। ਸਾਇੰਸ ਇਸ ਬੇਸਡ 'ਤੇ ਅਸੀਂ ਕਹਿ ਰਹੇ ਹਾਂ ਕਿਉਂਕਿ ਇਸ ਦੇ ਵਿੱਚ ਜਿਹੜੇ ਸਰਟੇਨ ਪ੍ਰਿੰਸੀਪਲਸ ਨੇ ਜਿਹੜੇ ਕਿ ਯੂਨੀਵਰਸਲੀ ਅਸੈਪਟਡ ਨੇ ਉਹ ਪ੍ਰਿੰਸੀਪਲਸ ਯੂਜ਼ ਕੀਤੇ ਜਾਂਦੇ ਨੇ ਜਿਨ੍ਹਾਂ ਦੇ ਆਧਾਰ 'ਤੇ ਆਪਾਂ ਸਾਰੀਆਂ ਟ੍ਰਾਂਜੈਕਸ਼ਨਸ ਰਿਕਾਰਡ ਕਰਦੇ ਹਾਂ। ਅਤੇ ਆਰਟ ਇਸ ਕਰਕੇ ਕਿਹਾ ਜਾਂਦਾ ਹੈ ਕਿਉਂਕਿ ਇੱਕ ਅਕਾਊਂਟੈਂਟ ਦੁਆਰਾ ਆਪਣਾ ਡਿਸੀਜਨ ਦੇਣਾ ਫਾਈਨੈਂਸ਼ੀਅਲ ਪੋਜੀਸ਼ਨ 'ਤੇ ਇਹ ਸਾਰਾ ਕੁਝ ਡਿਸੀਜਨ ਉਸਦੀ ਕੈਪੇਬਿਲਿਟੀਜ਼ 'ਤੇ ਡਿਪੈਂਡ ਕਰਦਾ ਹੈ। ਇਸ ਕਰਕੇ ਇਹ ਇੱਕ ਤਰੀਕੇ ਦੀ ਆਰਟ ਵੀ ਹੈ ਜਿਹਦੇ ਵਿੱਚ ਆਪਣੀਆਂ ਸਕਿੱਲਸ ਆਪਣੀਆਂ ਨੌਲੇਜ ਨੂੰ ਵੱਧ ਤੋਂ ਵੱਧ ਯੂਜ਼ ਕੀਤਾ ਜਾਂਦਾ ਹੈ। ਸੋ ਹਾਂਜੀ, ਇਸ ਤੋਂ ਅੱਗੇ ਵਧਦੇ ਹਾਂ। ਆਪਣਾ ਨੈਕਸਟ ਟੌਪਿਕ ਹੈ ਓਬਜੈਕਟਿਵਸ ਆਫ ਅਕਾਊਂਟਿੰਗ। objectives of accounting। ਕਈ ਥਾਵਾਂ 'ਤੇ ਆਪਾਂ objectives ਦੀ ਜਗ੍ਹਾ 'ਤੇ ਨੀਡਸ ਵਰਡ ਵੀ ਯੂਜ਼ ਕਰ ਸਕਦੇ ਹਾਂ ਕਿਉਂਕਿ ਜੋ ਆਪਾਂ ਅੱਜ ਪੁਆਇੰਟ ਇਹਨਾਂ 'ਚ ਡਿਸਕਸ ਕਰਨ ਵਾਲੇ ਹਾਂ ਉਹ ਦੋਵੇਂ ਕੁਐਸਚਨਾਂ 'ਚ ਹੀ ਆਪਾਂ ਇਹ ਚੀਜ਼ ਯੂਜ਼ ਕਰ ਸਕਦੇ ਹਾਂ। ਸੋ ਬੇਸਿਕਲੀ ਜੋ ਅਕਾਊਂਟਿੰਗ ਦੇ ਓਬਜੈਕਟਿਵ ਨੇ ਮੇਨਲੀ ਇਹਨਾਂ ਨੂੰ 2 ਕਲਾਸਿਸ ਦੇ ਵਿੱਚ ਡਿਵਾਈਡ ਕੀਤਾ ਗਿਆ ਹੈ। ਸਭ ਤੋਂ ਪਹਿਲਾਂ ਹੈ ਪ੍ਰਾਇਮਰੀ ਓਬਜੈਕਟਿਵਸ। ਪ੍ਰਾਇਮਰੀ ਓਬਜੈਕਟਿਵਸ ਮੇਨਲੀ ਉਹ ਓਬਜੈਕਟਿਵ ਇਸ 'ਚ ਆ ਜਾਣਗੇ ਅਕਾਊਂਟਿੰਗ ਜਿਨ੍ਹਾਂ ਕਾਰਨਾਂ ਕਰਕੇ ਯੂਜ਼ ਕੀਤੀ ਜਾਂਦੀ ਹੈ ਉਹ ਸਿਰਫ ਔਰਗੇਨਾਈਜੇਸ਼ਨ ਪਰਪਸ ਵਾਸਤੇ ਹੀ ਨੇ। ਜਿਵੇਂ ਮੰਨ ਲਓ ਔਰਗੇਨਾਈਜੇਸ਼ਨ ਦੇ ਅੰਦਰਲੇ ਪਰਸਨ ਨੇ ਜਿਨ੍ਹਾਂ ਨੂੰ ਇਹਨਾਂ ਇਨਫੋਰਮੇਸ਼ਨ ਦੀ ਜ਼ਰੂਰਤ ਹੈ ਜਿਸ ਕਰਕੇ ਉਹ ਟ੍ਰਾਂਜੈਕਸ਼ਨਾਂ ਰਿਕਾਰਡ ਕਰਦੇ ਨੇ, ਜਿੱਦਾਂ ਕਿ ਸ਼ੇਅਰ ਹੋਲਡਰਸ ਹੋ ਗਏ, ਓਨਰਸ ਹੋ ਗਏ, ਮੈਨੇਜਮੈਂਟ ਹੋ ਗਈ ਜਾਂ ਉਹਨਾਂ ਦੇ ਇੰਪਲੋਈਜ਼ ਹੋ ਗਏ ਜਿਨ੍ਹਾਂ ਨੂੰ ਆਪਣੇ ਫਾਈਨੈਂਸ਼ੀਅਲ ਸਟੇਟਮੈਂਟਸ ਦੀ ਰਿਕੁਆਇਰਮੈਂਟ ਹੈ ਜਿਨ੍ਹਾਂ ਦੇ ਆਧਾਰ 'ਤੇ ਉਹਨਾਂ ਨੇ ਡਿਸੀਜਨ ਮੇਕਿੰਗ ਕਰਨੀ ਹੈ। ਸੋ ਉਹ ਸਾਰੇ ਪ੍ਰਾਇਮਰੀ ਓਬਜੈਕਟਿਵਸ ਦੇ ਵਿੱਚ ਆ ਜਾਣਗੇ। ਇਸੇ ਤਰ੍ਹਾਂ ਹੈ ਸੈਕੰਡਰੀ ਓਬਜੈਕਟਿਵਸ। ਸੈਕੰਡਰੀ ਓਬਜੈਕਟਿਵਸ ਉਹ ਸਾਰੇ ਓਬਜੈਕਟਿਵਸ ਆ ਗਏ ਜਿਨ੍ਹਾਂ ਦੀ ਵਰਤੋਂ ਜ਼ਿਆਦਾਤਰ ਆਊਟਰ ਵਰਲਡ ਦੀਆਂ ਜ਼ਰੂਰਤਾਂ ਨੂੰ ਧਿਆਨ ਵਿੱਚ ਰੱਖ ਕੇ ਵਿੱਚ ਸ਼ਾਮਲ ਕੀਤਾ ਗਿਆ। ਸੈਕੰਡਰੀ ਓਬਜੈਕਟਿਵਸ ਉਹ ਓਬਜੈਕਟਿਵਸ ਨੇ ਜਿਨ੍ਹਾਂ ਦੇ ਵਿੱਚ ਜ਼ਿਆਦਾਤਰ ਆਊਟਰ ਵਰਲਡ ਦੀਆਂ ਜੋ ਮੰਗਾਂ ਨੇ ਉਹਨਾਂ ਨੂੰ ਧਿਆਨ ਦੇ ਵਿੱਚ ਰੱਖਿਆ ਜਾਂਦਾ ਹੈ। ਸੋ ਸਭ ਤੋਂ ਪਹਿਲਾਂ ਆਪਾਂ ਕਰਦੇ ਹਾਂ ਪ੍ਰਾਇਮਰੀ ਓਬਜੈਕਟਿਵ। ਪ੍ਰਾਇਮਰੀ ਓਬਜੈਕਟਿਵ ਦੇ ਵਿੱਚ ਪਹਿਲਾ ਓਬਜੈਕਟਿਵ ਹੈ ਟੂ ਮੇਨਟੇਨ ਰਿਕਾਰਡਸ। ਇੱਕ ਬਿਜ਼ਨਸ ਆਰਗੇਨਾਈਜੇਸ਼ਨ ਨੂੰ ਅਕਾਊਂਟਿੰਗ ਦੀ ਵਰਤੋਂ ਇਸ ਲਈ ਕੀਤੀ ਜਾਂਦੀ ਹੈ ਤਾਂ ਜੋ ਆਪਣੀਆਂ ਉਹ ਬੁੱਕਸ ਮੇਨਟੇਨ ਕਰ ਸਕੇ ਕਿਉਂਕਿ ਇੱਕ ਬਿਜ਼ਨਸ ਆਰਗੇਨਾਈਜੇਸ਼ਨ ਦੀਆਂ ਜੋ ਬੁੱਕਸ ਨੇ ਉਸ 'ਤੇ ਬਹੁਤ ਜ਼ਿਆਦਾ ਬੰਦੇ ਡਿਪੈਂਡੈਂਟ ਹੁੰਦੇ ਨੇ। ਜਿੱਦਾਂ ਕਿ ਜੇਕਰ ਸਿਸਟਮੈਟਿਕ ਤਰੀਕੇ ਨਾਲ ਟ੍ਰਾਂਜੈਕਸ਼ਨ ਸਾਰੀਆਂ ਰਿਕਾਰਡ ਕੀਤੀਆਂ ਜਾਣਗੀਆਂ ਤਾਂ ਇਹ ਰਿਕਾਰਡਿੰਗ ਟ੍ਰਾਂਜੈਕਸ਼ਨ ਕਰਨ ਦਾ ਫਸਟ ਸਟੈਪ ਹੈ ਜਿਹਦੇ ਨਾਲ ਆਪਾਂ ਨੂੰ ਉਹਨਾਂ ਦੀ ਪ੍ਰੋਫਿਟੇਬਿਲਿਟੀ ਦਾ ਪਤਾ ਲੱਗ ਸਕਦਾ, ਫਾਈਨੈਂਸ਼ੀਅਲ ਪੋਜੀਸ਼ਨ ਦਾ ਪਤਾ ਇਸ ਦੇ ਵਿੱਚ ਲੱਗ ਸਕਦਾ। ਸੋ ਇੱਕ ਪੀਰੀਅਡ ਦੇ ਵਿੱਚ ਕਿੰਨਾ ਆਪਾਂ ਨੂੰ ਪ੍ਰੋਫਿਟ ਲੋਸ ਹੋਇਆ ਇਹ ਜਾਣਨ ਦੇ ਲਈ ਵੀ ਆਪਾਂ ਸਾਰੀਆਂ ਟ੍ਰਾਂਜੈਕਸ਼ਨਸ ਨੂੰ ਰਿਕਾਰਡ ਕਰਨ ਲਈ ਅਕਾਊਂਟਿੰਗ ਯੂਜ਼ ਕਰ ਸਕਦੇ ਹਾਂ, ਅਕਾਊਂਟਿੰਗ ਯੂਜ਼ ਕਰਦੇ ਹਾਂ। ਇਸ ਲਈ ਸਭ ਤੋਂ ਮੇਨ ਓਬਜੈਕਟਿਵ ਇਹਦਾ ਹੈ ਵੀ ਜੋ ਬਿਜ਼ਨਸ ਸਾਲ ਦੀਆਂ ਆਪਣੀਆਂ ਟ੍ਰਾਂਜੈਕਸ਼ਨਸ ਹੋਈਆਂ ਨੇ ਉਹਨਾਂ ਨੂੰ ਰਿਕਾਰਡ ਕਰਨ ਦੇ ਲਈ ਆਪਾਂ ਨੂੰ ਅਕਾਊਂਟਿੰਗ ਦੀ ਜ਼ਰੂਰਤ ਹੈ। ਤੋ ਸੈਕਿੰਡ ਹੈ ਟੂ ascertain profit and loss। ਇੱਕ ਬਿਜ਼ਨਸ ਆਰਗੇਨਾਈਜੇਸ਼ਨ ਦੇ ਵਿੱਚ ਸਾਲ ਦੇ ਦੌਰਾਨ ਬਹੁਤ ਜ਼ਿਆਦਾ ਟ੍ਰਾਂਜੈਕਸ਼ਨਸ ਹੁੰਦੀਆਂ ਨੇ ਜਿਹਦੇ ਕਰਕੇ ਇੱਕ ਬਿਜ਼ਨਸਮੈਨ ਸਾਲ ਦੇ ਐਂਡ ਜਾਂ ਮੰਥ ਐਂਡ 'ਤੇ ਇਹ ਚੀਜ਼ ਜਾਣਨ ਲਈ ਜ਼ਰੂਰ ਇੱਛੁਕ ਹੁੰਦਾ ਹੈ ਵੀ ਉਸਨੂੰ ਬਿਜ਼ਨਸ ਦੇ ਵਿੱਚ ਕਿੰਨਾ ਪ੍ਰੋਫਿਟ ਹੋਇਆ ਹੈ, ਕਿੰਨਾ ਲੋਸ ਹੋਇਆ ਹੈ, ਅਤੇ ਜਿਸ ਕਰਕੇ ਉਹ ਅਗਲੀਆਂ ਆਪਣੀਆਂ ਫਿਊਚਰਸ ਦੀਆਂ ਪਲੈਨਿੰਗਾਂ ਅਤੇ ਪੋਲਿਸੀਜ਼ ਉਹ ਫਾਰਮੂਲੇਟ ਕਰ ਸਕਦਾ ਹੈ। ਇਸ ਕਰਕੇ ਜੋ ਆਪਣਾ ਪ੍ਰੋਫਿਟ ਐਂਡ ਲੋਸ ਹੈ ਉਹ ਬੇਸਿਕਲੀ ਜਿੰਨੀਆਂ ਉਸ ਪੀਰੀਅਡ ਦੇ ਦੌਰਾਨ ਆਪਣੀਆਂ ਇਨਕਮਸ ਹੋਣਗੀਆਂ ਜਾਂ ਰਿਸੀਟਸ ਹੋਣਗੀਆਂ ਉਹਨਾਂ ਦੇ ਵਿੱਚੋਂ ਜਿੰਨਾ ਟੋਟਲ ਪੀਰੀਅਡ ਦੇ ਦੌਰਾਨ ਐਕਸਪੈਂਡੀਚਰ ਹੋ ਜਾਂਦਾ ਉਹ ਮਾਈਨਸ ਕਰਕੇ ਆਪਾਂ ਨੂੰ
ਪ੍ਰੋਫਿਟ ਮਿਲ ਜਾਂਦਾ ਹੈ। ਇਸੇ ਤਰ੍ਹਾਂ ਹੀ ਜੇਕਰ ਆਪਣੀਆਂ ਟੋਟਲ ਇਨਕਮਸ ਨੇ ਜੋ ਟੋਟਲ ਐਕਸਪੈਂਡੀਚਰ ਦੇ ਮੁਕਾਬਲੇ ਵੱਧ ਜਾਂਦੀਆਂ ਨੇ ਤਾਂ ਉੱਥੇ ਪ੍ਰੋਫਿਟ ਗੇਨ ਦਾ ਪਤਾ ਲੱਗ ਜਾਂਦਾ ਹੈ। ਅਤੇ ਇਸੇ ਤਰ੍ਹਾਂ ਜੇਕਰ ਐਕਸਪੈਂਸਿਸ ਰੈਵਨਿਊ ਤੋਂ ਜ਼ਿਆਦਾ ਹੋਣਗੇ ਤਾਂ ਉਸ ਜਗ੍ਹਾ 'ਤੇ ਆਪਾਂ ਨੂੰ ਲੋਸ ਦਾ ਪਤਾ ਲੱਗ ਜਾਂਦਾ ਹੈ। ਸੋ ਤੀਸਰਾ ਜੋ ਮੇਨ ਆਬਜੈਕਟਿਵ ਹੈ ਇਸ ਦਾ ਟੂ ਜੱਜ ਦੀ ਫਾਈਨੈਂਸ਼ੀਅਲ ਪੋਜੀਸ਼ਨ। ਇੱਕ ਬਿਜ਼ਨਸ ਆਰਗੇਨਾਈਜੇਸ਼ਨ ਦੀਆਂ ਨੇ ਜੋ ਵੀ ਸਾਊਂਡ ਡਿਸੀਜਨ ਮੇਕਿੰਗ ਕੀਤੀ ਜਾਂਦੀ ਹੈ, ਜੋ ਵੀ ਅੱਛੇ ਫੈਸਲੇ ਬਿਜ਼ਨਸਮੈਨ ਦੁਆਰਾ ਲਏ ਜਾਂਦੇ ਨੇ, ਉਹ ਸਾਰੀਆਂ ਚੀਜ਼ਾਂ ਜੋ ਹੈ ਨੇ ਉਸ ਦੀ ਫਾਈਨੈਂਸ਼ੀਅਲ ਪੋਜੀਸ਼ਨ 'ਤੇ ਬੇਸਡ ਹੁੰਦੀਆਂ ਨੇ। ਹੁਣ ਇੱਕ ਆਰਗੇਨਾਈਜੇਸ਼ਨ ਦੀ ਫਾਈਨੈਂਸ਼ੀਅਲ ਪੋਜੀਸ਼ਨ ਕਿਵੇਂ ਪਤਾ ਲੱਗ ਸਕਦੀ ਹੈ? ਇੱਕ ਬਿਜ਼ਨਸ ਆਰਗੇਨਾਈਜੇਸ਼ਨ ਦੀ ਫਾਈਨੈਂਸ਼ੀਅਲ ਪੋਜੀਸ਼ਨ ਹੈ ਜੋ ਆਪਾਂ ਨੂੰ ਉਸ ਦੀ ਬੈਲੈਂਸ ਸ਼ੀਟ ਤੋਂ ਦੇਖ ਕੇ ਪਤਾ ਲੱਗ ਸਕਦੇ ਹਾਂ ਵੀ ਉਸ ਦੇ ਲਾਇਬਿਲਿਟੀ ਦੇ ਅਗੇਂਸਟ ਕਿੰਨੇ ਉਸ ਦੀਆਂ ਐਸੈਟਸ ਹਨ ਅਤੇ ਕਿੰਨੇ ਬੰਦੇ ਉਸ ਦੇ ਵਿੱਚ ਮਾਲਕੀਅਤ ਦੇ ਵਿੱਚ ਸ਼ੇਅਰ ਹੋਲਡਰ ਹਨ, ਚਾਹੇ ਉਹ ਇਕੁਇਟੀ ਹੋਣ ਚਾਹੇ ਉਹ ਪ੍ਰੈਫਰੈਂਸ ਹੋਣ। ਤਾਂ ਇਸੇ ਤਰ੍ਹਾਂ ਹੀ ਕਿਸੇ ਬਿਜ਼ਨਸ ਆਰਗੇਨਾਈਜੇਸ਼ਨ ਦੀ ਫਾਈਨੈਂਸ਼ੀਅਲ ਪੋਜੀਸ਼ਨ ਨੂੰ ਜਾਣਨ ਦੇ ਲਈ ਵੀ ਆਪਾਂ ਨੂੰ ਅਕਾਊਂਟਿੰਗ ਯੂਜ਼ ਕੀਤੀ ਜਾਂਦੀ ਹੈ ਤਾਂ ਜੋ ਫਿਊਚਰ ਦੀਆਂ ਪੋਲਿਸੀਜ਼ ਉਸ 'ਤੇ ਬੇਸਡ ਉਹ ਫਾਰਮੂਲੇਟ ਕਰ ਸਕਣ। ਸੋ ਇਸ ਤੋਂ ਬਾਅਦ ਹਨ ਸੈਕੰਡਰੀ ਆਬਜੈਕਟਿਵਸ। ਸੈਕੰਡਰੀ ਆਬਜੈਕਟਿਵ ਦੇ ਵਿੱਚ ਪਹਿਲਾ ਆਬਜੈਕਟਿਵ ਹੈ ਟੂ ਫਾਈਲ ਟੈਕਸ ਰਿਟਰਨਸ। ਇੱਕ ਬਿਜ਼ਨਸ ਆਰਗੇਨਾਈਜੇਸ਼ਨ ਦੇ ਵਿੱਚ ਜੇਕਰ ਰਿਲਾਇਬਲ ਭਰੋਸੇਯੋਗਤਾ ਅਕਾਊਂਟਿੰਗ ਸਿਸਟਮ ਜੇ ਯੂਜ਼ ਕੀਤਾ ਜਾਂਦਾ ਹੈ ਤਾਂ ਉੱਥੇ ਇੱਕ ਬਿਜ਼ਨਸ ਆਰਗੇਨਾਈਜੇਸ਼ਨ ਨੇ ਚਾਹੇ ਉਹ ਡਾਇਰੈਕਟ ਟੈਕਸਿਸ ਪੇ ਕਰਨੇ ਹੋਣ ਚਾਹੇ ਇਨਡਾਇਰੈਕਟ ਟੈਕਸਿਸ ਪੇ ਕਰਨੇ ਹੋਣ ਤਾਂ ਦੋਨਾਂ ਦੇ ਵਿੱਚ ਹੈਲਪ ਮਿਲਦੀ ਹੈ, ਆਸਾਨੀ ਦੇ ਨਾਲ ਉਹ ਕੈਲਕੂਲੇਟ ਕੀਤੇ ਜਾ ਸਕਦੇ ਹਨ। ਇਹ ਸਿਰਫ ਜੇਕਰ ਟ੍ਰਾਂਜੈਕਸ਼ਨ ਨੂੰ ਸਾਲ ਦੇ ਦੌਰਾਨ ਪੂਰਾ ਸਿਸਟਮੈਟਿਕ ਤਰੀਕੇ ਨਾਲ ਰਿਕਾਰਡ ਕੀਤਾ ਜਾ ਸਕੇ ਇਹ ਚੀਜ਼ ਤਾਂ ਹੀ ਸੰਭਵ ਹੋ ਸਕਦੀ ਹੈ। ਸੋ ਨੈਕਸਟ ਪੁਆਇੰਟ ਹੈ ਟੂ ਕਮਿਊਨੀਕੇਟ ਇਨਫੋਰਮੇਸ਼ਨ ਟੂ ਵੇਰੀਅਸ ਗਰੁੱਪਸ। ਇੱਥੇ ਇੱਕ ਚੀਜ਼ ਧਿਆਨਯੋਗ ਹੈ ਵੀ ਜੋ ਬਿਜ਼ਨਸ ਫਾਈਨੈਂਸ਼ੀਅਲ ਸਟੇਟਮੈਂਟਸ ਨੇ, ਜੋ ਇਨਫੋਰਮੇਸ਼ਨ ਹੈ ਅਕਾਊਂਟਿੰਗ ਦੇ ਥਰੂ ਜੋ ਆਪਾਂ ਰਿਕਾਰਡ ਕਰਦੇ ਹਾਂ ਉਹ ਇਨਫੋਰਮੇਸ਼ਨ ਆਪਾਂ ਨੂੰ ਵੇਰੀਅਸ ਗਰੁੱਪਸ ਨੂੰ ਕਮਿਊਨੀਕੇਟ ਕਰਦੇ ਹਾਂ। ਵੇਰੀਅਸ ਗਰੁੱਪਸ ਦੇ ਵਿੱਚ ਆਪਣੇ ਆ ਜਾਂਦੇ ਨੇ ਜਿੱਦਾਂ ਕਿ ਓਨਰਸ ਹੋ ਗਏ, ਇਨਵੈਸਟਰਸ ਹੋ ਗਏ, ਇੰਪਲੋਈਜ਼ ਹੋ ਗਏ, ਗਵਰਨਮੈਂਟਸ ਹੋ ਗਈਆਂ ਜਾਂ ਫਾਈਨੈਂਸ਼ੀਅਲ ਇੰਸਟੀਟਿਊਸ਼ਨਸ ਹੋ ਗਏ, ਜਿਨ੍ਹਾਂ ਨੂੰ ਉਸ ਫਾਈਨੈਂਸ਼ੀਅਲ ਸਟੇਟਮੈਂਟ ਦੀ ਰਿਕੁਆਇਰਮੈਂਟ ਹੈ, ਜਿਨ੍ਹਾਂ ਦੇ ਆਧਾਰ 'ਤੇ ਉਹ ਆਪਣੀ ਅਗਲੀ ਪਲੈਨਿੰਗ ਜਾਂ ਅਗਲੇ ਬਜਟ ਬਣਾਉਣੇ ਜਾਂ ਅਗਲੀ ਕੋਈ ਪਲੈਨਿੰਗ ਕਰਨੀ, ਪੋਲਿਸੀ ਮੇਕਿੰਗ ਕਰਨੀ, ਉਹ ਸਾਰੀਆਂ ਇਹਨਾਂ ਚੀਜ਼ਾਂ 'ਤੇ ਬੇਸਡ ਹੁੰਦਾ ਹੈ। ਜਿਵੇਂ ਕਿ ਇੱਕ ਬਿਜ਼ਨਸ ਆਰਗੇਨਾਈਜੇਸ਼ਨ ਦੀ ਫਾਈਨੈਂਸ਼ੀਅਲ ਪੋਜੀਸ਼ਨ ਨੂੰ ਜਾਂ ਉਸਦੀ ਪ੍ਰੋਫਿਟੇਬਿਲਿਟੀ ਨੂੰ ਜਾਂ ਉਸਦੇ ਬਿਜ਼ਨਸ ਪਲਾਨ ਨੂੰ ਦੇਖ ਕੇ ਗੌਰਮੈਂਟ ਆਪਣੀਆਂ ਨੈਕਸਟ ਪੋਲਿਸੀਜ਼ ਫਾਰਮੂਲੇਟ ਕਰਦੀਆਂ ਨੇ। ਇਸੇ ਤਰ੍ਹਾਂ ਹੀ ਆਊਟਰ ਵਰਲਡ ਹੈ ਜੋ ਵੇਰੀਅਸ ਗਰੁੱਪਸ ਨੇ ਉਹਨਾਂ ਨੂੰ ਵੀ ਇਨਫੋਰਮੇਸ਼ਨ ਆਪਾਂ ਪ੍ਰੋਵਾਈਡ ਕਰਨੀ ਹੁੰਦੀ ਹੈ, ਜਿਸ ਕਰਕੇ ਅਕਾਊਂਟਿੰਗ ਬਹੁਤ ਜ਼ਰੂਰੀ ਹੈ। ਸੋ ਥਰਡ ਪੁਆਇੰਟ ਹੈ ਟੂ ਕੰਟਰੋਲ ਓਵਰ ਪ੍ਰੋਪਰਟੀ ਓਬਲੀਕ ਐਸੈਟਸ। ਇੱਕ ਬਿਜ਼ਨਸ ਆਰਗੇਨਾਈਜੇਸ਼ਨ ਦੇ ਵਿੱਚ ਬਹੁਤ ਸਾਰੀਆਂ ਐਸੈਟਸ ਹੁੰਦੀਆਂ ਨੇ, ਉਹ ਸਾਰੀਆਂ ਐਸੈਟਸ ਦੀਆਂ ਕੀ ਵੈਲਿਊ ਹੈ ਅਤੇ ਕਿੰਨੀਆਂ ਗਿਣਤੀ 'ਚ ਉਹ ਐਸੈਟਸ ਨੇ, ਸਾਰੀਆਂ ਨੂੰ ਕਾਊਂਟ ਅਪ ਕਰਨ ਲਈ ਉਹਨਾਂ ਦਾ ਪੂਰਾ ਵੈਲਿਊਏਸ਼ਨ ਕਰਨ ਦੇ ਲਈ ਅਕਾਊਂਟਿੰਗ ਬਹੁਤ ਜ਼ਰੂਰੀ ਹੈ। ਕਿਉਂਕਿ ਜੇਕਰ ਆਪਾਂ ਨੂੰ ਸਾਲ ਦੇ ਐਂਡ ਦੇ ਵਿੱਚ ਜਾਂ ਮੰਥ ਦੇ ਐਂਡ ਦੇ ਵਿੱਚ ਪ੍ਰੋਪਰ ਆਪਣੀ ਐਸੈਟਸ ਦੀ ਗਿਣਤੀ, ਉਹਨਾਂ ਦੀ ਵੈਲਿਊ ਪਤਾ ਲੱਗ ਸਕੇ ਤਾਂ ਇਸ ਤੋਂ ਆਪਾਂ ਨੂੰ ਫਾਈਨੈਂਸ਼ੀਅਲ ਪੋਜੀਸ਼ਨ ਦਾ ਅਨੁਮਾਨ ਲਗਾਉਣਾ ਵੀ ਬਹੁਤ ਸੌਖਾ ਹੋ ਜਾਂਦਾ ਹੈ। ਸੋ ਇਸ ਤਰ੍ਹਾਂ ਹੈ ਚੌਥਾ ਪੁਆਇੰਟ ਟੂ ਨਾਓ ਦੀ ਲਿਕੁਇਡਿਟੀ ਪੋਜੀਸ਼ਨ। ਇੱਕ ਬਿਜ਼ਨਸ ਆਰਗੇਨਾਈਜੇਸ਼ਨ ਦੀ ਲਿਕੁਇਡਿਟੀ ਪੋਜੀਸ਼ਨ ਕੀ ਹੈ, ਉਹਨਾਂ ਦੇ ਕੋਲ ਕਿੰਨਾ ਕੈਸ਼ ਹੈ, ਕਿੰਨੀਆਂ ਉਹਨਾਂ ਨੇ ਬੋਰਿੰਗਸ ਕੀਤੀਆਂ ਹੋਈਆਂ ਹਨ, ਕੀ ਉਹਨਾਂ ਦੀਆਂ ਲਾਇਬਿਲਿਟੀਜ਼ ਹਨ। ਇਹ ਸਾਰੀਆਂ ਚੀਜ਼ਾਂ ਨੂੰ ਜਾਣਨ ਦੇ ਵਾਸਤੇ ਆਪਾਂ ਨੂੰ ਅਕਾਊਂਟਿੰਗ ਬਹੁਤ ਜ਼ਰੂਰੀ ਹੈ, ਕਿਉਂਕਿ ਅਕਾਊਂਟਿੰਗ ਤੋਂ ਇਹ ਸਾਰੀਆਂ ਚੀਜ਼ਾਂ ਆਪਾਂ ਨੂੰ ਉਹਨਾਂ ਦੀਆਂ ਅਕਾਊਂਟਿੰਗ ਦੇ ਵਿੱਚ ਤਿਆਰ ਕੀਤੀਆਂ ਜਾਣ ਵਾਲੀਆਂ ਫਾਈਨੈਂਸ਼ੀਅਲ ਸਟੇਟਮੈਂਟਸ ਤੋਂ ਹੀ ਆਪਾਂ ਨੂੰ ਸਾਰੀ ਜਾਣਕਾਰੀ ਮਿਲਦੀ ਹੈ ਵੀ ਇੱਕ ਬਿਜ਼ਨਸਮੈਨ ਨੇ ਕਿਹੜੀਆਂ ਜਗ੍ਹਾ ਤੋਂ ਬੋਰਿੰਗਸ ਕੀਤੀਆਂ ਹੋਈਆਂ ਹਨ ਅਤੇ ਉਹਨਾਂ ਕੈਸ਼ ਦਾ ਕਿਹੜੀਆਂ ਚੀਜ਼ਾਂ ਦੇ ਵਿੱਚ ਯੂਜ਼ ਕੀਤਾ, ਕਿੰਨਾ ਡਿਵੀਡੈਂਡ ਪੇ ਕੀਤਾ, ਕਿੰਨੇ ਕੈਪੀਟਲ ਐਕਸਪੈਂਡੀਚਰ ਕੀਤੇ ਗਏ ਨੇ, ਕਿੰਨੇ ਰੈਵਨਿਊ ਐਕਸਪੈਂਡੀਚਰ ਕੀਤੇ ਗਏ ਨੇ। ਇਹ ਸਾਰੀਆਂ ਚੀਜ਼ਾਂ ਦੀ ਜਾਣਕਾਰੀ ਰੱਖਣ ਦੇ ਲਈ ਵੀ ਆਪਾਂ ਨੂੰ ਅਕਾਊਂਟਿੰਗ ਜ਼ਰੂਰੀ ਹੈ। ਸੋ ਪੰਜਵਾਂ ਹੈ ਟੂ enable
परफॉर्मेंस बस्टिंग। सो इत्थे हुण एक वर्ड यूज़ किया है परफॉर्मेंस बस्टिंग। सब तो पहला ये जान लेना भी परफॉर्मेंस बस्टिंग हुंदी की चीज़ है। किसी भी बिजनेस ऑर्गेनाइजेशन दे विच जदों किसी चीज़ नूं प्रोड्यूस कर लई जां कोई फ्यूचर प्लान लई कोई बजट्स सैट किए जाते हैं तो उन्हां बजट्स के मुकाबले जो एक्चुअल काम किया जाता है तो उन्होंने बजट्स के नाल कंपेयर किया जाता है। ये सारे कंपेयर करने के प्रोसीजर नूं आपां परफॉर्मेंस बस्टिंग दे विच लै लैंदे आ। एक बिजनेस ऑर्गेनाइजेशन दे विच परफॉर्मेंस बस्टिंग दे लई भी अपनी अकाउंटिंग बहुत जरूरी है, क्योंकि इस तो आपां नूं ये चीज़ पता चल सकती है भी कित्थे अपने पार्ट्स दे विच जो वेरीएशन आ रहे हैं जिन्हों कि दूर किया जा सकता है तो प्रॉफिटेबिलिटी है जो इनक्रीज़ की जा सकती है। सो 6th पॉइंट है टू प्रोवाइड इंफॉर्मेशन ऑफ स्केयर रिसोर्सिस। इत्थे वर्ड यूज़ किया है स्केयर रिसोर्सिस। स्केयर रिसोर्सिस का मतलब वो है अजिहे रिसोर्सिस जो कि बहुत ही लिमिटेड सीमा दे विच लिमिटेड मात्रा दे विच हन जिन्हों कि दोबारा अरेंज करना बहुत मुश्किल है। उन्होंने आपां स्केयर रिसोर्सिस कह सकते हैं। जेकर एक अकाउंटिंग दे प्रॉपर अकाउंटिंग सिस्टम अपनाउण दे नाल आपां फाइनैंशियल पोजीशनस जानते हैं, फाइनैंशियल स्टेटमेंट्स तैयार करते हैं तो वो चीज़ आपां हैल्प मिलती है कि अपने किहड़े सोर्सिस जो स्केयर हैं तो उन्होंने किस प्रपोर्शन दे विच यूज़ करना चाहिए ਤਾਂ जो ਆਪਾਂ ਬੈਟਰ प्रॉफिट अर्निंग अपनी ਵਧਾ ਸਕੀਏ ਤੇ ਵੱਧ ਤੋਂ ਵੱਧ प्रॉफिट ਕਮਾਇਆ ਜਾ ਸਕੇ। ਅਤੇ ਨਾਲ ਹੀ ਸਿਕਿਉਰ ਰਿਸੋਰਸਿਸ ਦੀ ਵੰਡ ਕਿਸ ਤਰ੍ਹਾਂ ਕਰਨੀ ਹੈ ਇਹ ਵੀ ਆਪਾਂ ਨੂੰ ਫਾਈਨੈਂਸ਼ੀਅਲ ਪੋਜੀਸ਼ਨ ਤੋਂ ਪਤਾ ਲੱਗ ਸਕਦਾ ਹੈ। ਸੋ 7th ਪॉइंट है टू प्रोवाइड इंफॉर्मेशन फॉर इंटरनल रिपोर्टिंग। सो आपां सैकेंड पॉइंट दे विच पढ़िया सी भी जो अकाउंटिंग यूज़ की जाती है मेन ऑब्जैक्टिव है भी जो आउटर वर्ल्ड दे विच अपने इन्वैसटर ने आउटर वर्ल्ड दे विच जो गौरमेंट है फाइनैंशियल इंस्टीट्यूशन ने उन्होंने इन्फॉर्मेशन प्रोवाइड करने दे लई आपां अकाउंटिंग यूज़ करते हैं। सो इस दे नाल ही आउटर वर्ल्ड तो इलावा जेकर फाइनैंशियल पोजीशन की आपां नूं जरूरत इंटरनल मैटर्स दे विच भी पैंदा है, जिस तरह कि मैनेजमेंट ने कोई नवी पॉलिसी फॉर्मूलेट करनी है तो कोई नवे बिजनेस प्लान बनाने हैं तो उन्होंने वास्ते भी उन्होंने फाइनैंशियल अपनी स्टेटमेंट्स की जरूरत पड़ेगी तो जो उन्होंने बेस के अगे डिसीजन कर सकन। ये फाइनैंशियल स्टेटमेंट्स बननगे सिर्फ जेकर आप प्रॉपर अकाउंटिंग सिस्टम यूज़ किया हो सकेगा। इस तो इलावा बिजनेस ऑर्गेनाइजेशन इंपलॉयज़ हो गए वो प्रॉफिटेबिलिटी चैक करनगे तो जो उन्होंने बोनस या सैलरी इंसेंटिव्स जो होणगे वो सारे प्रॉफिट पर बेस्ड होंदे हैं। सो 8th और लास्ट पॉइंट है हेल्पफुल इन रैशनल डिसीजन मेकिंग। एक बिजनेस ऑर्गेनाइजेशन दे विच अकाउंटिंग रिकॉर्ड्स ने जो हैल्प करते हैं भी एक अच्छा बिजनेस डिसीजन लिया जा सके। इस तरह दियाँ कई बिजनेस सिचुएशन हो सकते हैं जो आप तो मैं इधर लिख के दसदा जिमें कि क्लोजिंग ऑफ बिजनेस लाइन। एक बिजनेस दे विच एक अजिही अपनी प्रोडक्ट या डिपार्टमेंट है जो कि बिल्कुल भी आपां नूं प्रॉफिट मैक्सीमाइजेशन दे विच हेल्प नहीं कर रहा, लगातार लॉस दिखा रहा है तो जेकर अपने प्रॉपर अकाउंटिंग रिकॉर्ड्स बने होणगे तो आपां उन्हां दी हेल्प दे नाल जो बिजनेस लॉस मेकिंग डिपार्टमेंट है या लॉस मेकिंग एक्टिविटी है उसनूं आपां एलिमीनेट कर सकते हैं, खत्म कर सकते हैं तो जो उस दे जगह ते कोई बैटर ऑप्शन यूज़ करके प्रॉफिट नूं वधाया जा सके। सो इस तरह ही रैशनल डिसीजन दे विच एक रैशनल डिसीजन हो सकता है मेक एंड बाय डिसीजन। मेक एंड बाय डिसीजन जिद्दां कि अकाउंटिंग रिकॉर्ड्स जे अपने कोल प्रॉपर मेनटेन किए हुए ने तो आपां एक कोई चीज़ नूं खरीदण दे वेले डिसीजन कर सकते हैं भी वो चीज़ बैटर है भी जां उसनूं बाजार विचों खरीदिया जाए जां अपने बिजनेस ऑर्गेनाइजेशन दे विच ही उसनूं प्रोड्यूस किया जाए। तो इस चीज़ का फैसला लैण दे लई भी अकाउंटिंग रिकॉर्ड्स ने जो बहुत हेल्प करते हैं। थर्ड है फिक्सिंग
ਸੇਲ ਪ੍ਰਾਈਸ। ਇੱਕ ਪ੍ਰੋਡਕਟ ਦੀ ਸੇਲ ਪ੍ਰਾਈਸ ਨੂੰ ਫਿਕਸ ਕਰਨ ਦੇ ਵਾਸਤੇ ਅਕਾਊਂਟਿੰਗ ਰਿਕਾਰਡਸ ਬਹੁਤ ਜ਼ਰੂਰੀ ਨੇ, ਕਿਉਂਕਿ ਇਹਨਾਂ ਦੇ ਵਿੱਚੋਂ ਆਪਾਂ ਨੂੰ ਡਿਟੇਲ 'ਚ ਕੋਸਟ ਦਾ ਪਤਾ ਲੱਗ ਜਾਂਦਾ ਹੈ, ਇਸ ਵਿੱਚ ਕਿਹੜੀਆਂ ਕੋਸਟ ਇਨਕਲੂਡਡ ਨੇ, ਕਿੰਨਾ ਪ੍ਰੋਫਿਟ ਮਾਰਜਨ ਰੱਖਣਾ ਹੈ ਅਤੇ ਕਿੰਨੀ ਆਪਾਂ ਸੇਲ ਪ੍ਰਾਈਸ ਫਿਕਸ ਕਰਨੀ ਹੈ। ਅਤੇ ਇਸੇ ਤਰ੍ਹਾਂ ਹੀ ਚੂਜ਼ਿੰਗ ਮੋਸਟ ਪ੍ਰੋਫਿਟੇਬਲ ਪ੍ਰੋਡਕਟ ਮਿਕਸ। ਇੱਕ ਬਿਜ਼ਨਸ ਆਰਗੇਨਾਈਜੇਸ਼ਨ ਦੇ ਵਿੱਚ ਜੋ ਅਕਾਊਂਟਿੰਗ ਰਿਕਾਰਡਸ ਨੇ ਉਹਨਾਂ ਦੀ ਹੈਲਪ ਨਾਲ ਆਪਾਂ ਨੂੰ ਇਹ ਚੀਜ਼ ਪਤਾ ਲੱਗਦੀ ਹੈ ਵੀ ਪ੍ਰੋਡਕਟ ਮਿਕਸ ਹੈ ਜੋ ਆਪਾਂ ਕਿਸ ਤਰ੍ਹਾਂ ਰੱਖਣਾ ਹੈ। ਕਹਿਣ ਦਾ ਮਤਲਬ ਹੈ ਕਿ ਇੱਕ ਪ੍ਰੋਡਕਸ਼ਨ ਲਾਈਨ ਦੇ ਵਿੱਚ ਮੰਨ ਲਓ ABC ਪ੍ਰੋਡਕਟ ਹਨ, ਤਾਂ ਪ੍ਰੋਡਕਟ ਮਿਕਸ ਕਿਸ ਤਰ੍ਹਾਂ ਦਾ ਰੱਖਿਆ ਜਾਵੇ। AB ਪ੍ਰੋਡਿਊਸ ਕੀਤੇ ਜਾਣ, A ਜਾਂ C ਪ੍ਰੋਡਿਊਸ ਕੀਤੇ ਜਾਣ, B ਜਾਂ C ਪ੍ਰੋਡਿਊਸ ਕੀਤੇ ਜਾਣ। ਇਹ ਤਿੰਨ ਇਸ 'ਚ ਪ੍ਰੋਡਕਟ ਮਿਕਸ ਹਨ ਜੋ ਆਪਾਂ ਨੂੰ ਜ਼ਿਆਦਾ ਬੈਨੀਫੀਸ਼ੀਅਲ ਹਨ। ਇੱਕ ਆਰਗੇਨਾਈਜੇਸ਼ਨ ਹਮੇਸ਼ਾ ਉਹੀ ਪ੍ਰੋਡਕਟਸ ਮਿਕਸ ਚੂਜ਼ ਕਰੇਗੀ ਪ੍ਰੋਡਕਸ਼ਨ ਵਾਸਤੇ। ਸੋ ਇਹ ਸਨ ਆਪਣੇ ਨੀਡਸ ਐਂਡ ਓਬਜੈਕਟਿਵਸ ਆਫ ਅਕਾਊਂਟਿੰਗ। ਸੋ ਮੈਂ ਆਸ ਕਰਦਾ ਤੁਹਾਨੂੰ ਸਭ ਨੂੰ ਇਹ ਵੀਡੀਓ ਪਸੰਦ ਆਈ ਹੋਵੇਗੀ। ਸੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰੋ, ਸ਼ੇਅਰ ਕਰੋ ਅਤੇ ਆਪਣੇ ਕਮੈਂਟਸ ਜ਼ਰੂਰ ਕਰੋ ਤਾਂ ਜੋ ਸਾਨੂੰ ਤੁਹਾਡੀ ਵਡਮੁੱਲੀ ਰਾਏ ਪਤਾ ਲੱਗ ਸਕੇ। ਸੋ ਉਸ ਦੇ ਅਕੋਰਡਿੰਗ ਹੀ ਅਸੀਂ ਆਪਣੀਆਂ ਅਗਲੀਆਂ ਨੈਕਸਟ ਵੀਡੀਓਜ਼ ਲੈ ਕੇ ਆਵਾਂਗੇ। ਸੋ ਧੰਨਵਾਦ।